ਮੈਂ ਕਾਂਸਟੇਬਲ ਦੀ ਨੌਕਰੀ ਕਰਦੀ ਸੀ ਤੇ ਮੇਰੀ ਸ਼ਾਦੀ ਨੂੰ 1.5 ਕੁ ਸਾਲ ਹੋ ਗਿਆ ਸੀ। ਮੇਰੇ ਕੋਲ 6 ਮਹੀਨੇ ਦਾ ਬੇਟਾ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ਬਿਮਾਰ ਸੀ, ਜਿਸ ਕਰਕੇ ਮੈਂ ਉਸ ਨੂੰ ਉਸ ਦੀ ਨਾਨੀ ਦੇ ਕੋਲ ਛੱਡ ਆਈ, ਪਰ ਉਸ ਦੀ ਤਬੀਅਤ ਸੰਭਲ ਹੀ ਨਹੀਂ ਰਹੀ ਸੀ। ਮੇਰੀ ਮਾਂ ਨੇ ਮੈਨੂੰ ਕਿੰਨੀ ਵਾਰ ਕਿਹਾ, ਬੇਟਾ ਇਸ ਨੂੰ ਡਾਕਟਰ ਕੋਲ ਲੈ ਚੱਲੋ। ਇਹ ਨਾ ਹੋਵੇ ਕਿ ਨੌਕਰੀ ਦੇ ਚੱਕਰ ਵਿੱਚ ਬੱਚਾ ਜ਼ਿਆਦਾ ਬਿਮਾਰ ਹੋ ਜਾਵੇ ਤੇ ਤੁਹਾਡਾ ਨੁਕਸਾਨ ਹੋ ਜਾਵੇ। ਮਾਂ ਦੀ ਗੱਲ ਸੁਣ ਕੇ ਮੈਂ ਆਪਣੇ ਬੇਟੇ ਨੂੰ ਲੈ ਕੇ ਹਸਪੀਟਲ ਚਲੀ ਗਈ। ਹੁਣ ਉਸ ਦਾ ਇਲਾਜ ਹਸਪੀਟਲ ਵਿੱਚ ਚੱਲ ਰਿਹਾ ਸੀ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਮੇਰੇ ਬੇਟੇ ਨੂੰ ਜਲਦ ਤੋਂ ਜਲਦ ਠੀਕ ਕਰ ਦੇਣ। ਪਰਮਾਤਮਾ ਨੇ ਆਖਿਰ ਮੇਰੀ ਅਰਦਾਸ ਸੁਣੀ ਤੇ ਮੇਰਾ ਬੱਚਾ ਬਿਲਕੁਲ ਠੀਕ ਹੋ ਗਿਆ। ਬੇਟੇ ਦੀ ਤਬੀਅਤ ਠੀਕ ਹੋਣ ਤੋਂ ਬਾਅਦ ਮੈਂ ਵਾਪਸ ਆਪਣੀ ਨੌਕਰੀ ਤੇ ਗਈ ਤੇ ਜਦੋਂ ਉੱਥੇ ਗਈ ਤਾਂ ਇੱਕ ਹੋਰ ਮੁਜਰਮ ਜੇਲ੍ਹ ਵਿੱਚ ਆਈ ਹੋਈ ਸੀ। ਮੈਨੂੰ ਪਤਾ ਚੱਲਿਆ ਕਿ ਉਸਨੇ ਆਪਣੇ ਬੱਚੇ ਦਾ ਕਤਲ ਕੀਤਾ ਹੈ, ਜਿਸ ਦੀ ਸਜ਼ਾ ਵਿੱਚ ਉਸ ਨੂੰ ਜੇਲ੍ਹ ਹੋਈ ਹੈ। ਉਸ ਦੀ ਉਮਰ ਤਕਰੀਬਨ 21-22 ਸਾਲ ਦੀ ਸੀ। ਮੈਨੂੰ ਉਸ ਵੱਲ ਦੇਖ ਕੇ ਬਹੁਤ ਗੁੱਸਾ ਆ ਰਿਹਾ ਸੀ ਕਿ ਅਜਿਹਾ ਉਸਨੇ ਕਿਉਂ ਕੀਤਾ। ਮੈਂ ਉਸ ਨੂੰ ਪੁੱਛਿਆ ਕਿ ਤੂੰ ਆਪਣੇ ਬੱਚੇ ਨੂੰ ਕਿਉਂ ਮਾਰਿਆ, ਤਾਂ ਉਹ ਕੁਝ ਨਾ ਬੋਲੀ, ਬਸ ਇੱਧਰ ਉੱਧਰ ਦੇਖਦੀ ਰਹੀ। ਮੈਂ ਚਾਹੁੰਦੀ ਸੀ ਕਿ ਇਸ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ, ਕਿਉਂਕਿ ਮੇਰਾ ਵੀ ਤਾਂ ਇੱਕ ਛੋਟਾ ਜਿਹਾ ਬੱਚਾ ਸੀ। ਕਿਉਂਕਿ ਬੱਚੇ ਦਾ ਕਤਲ ਦੀ ਗੱਲ ਸੁਣ ਕੇ ਮੇਰਾ ਦਿਲ ਚੀਰਿਆ ਜਾਂਦਾ ਸੀ। ਮੈਨੂੰ ਬਹੁਤ ਹੀ ਦੁੱਖ ਲੱਗ ਰਿਹਾ ਸੀ। ਜੇਲ੍ਹ ਵਿੱਚ ਹੋਰ ਮੁਜਰਮ ਔਰਤਾਂ ਦਾ ਰਵੱਈਆ ਉਸ ਪ੍ਰਤੀ ਚੰਗਾ ਨਹੀਂ ਸੀ। ਉਸ ਨਾਲ ਹਮੇਸ਼ਾ ਲੜਦੀਆਂ ਝਗੜਦੀਆਂ ਰਹਿੰਦੀਆਂ ਤੇ ਮੈਨੂੰ ਵੀ ਇਸ ਨਾਲ ਕੋਈ ਵੀ ਹਮਦਰਦੀ ਨਾ ਹੁੰਦੀ, ਕਿਉਂਕਿ ਇਸ ਨੇ ਆਪਣੇ ਹੀ ਬੱਚੇ ਨੂੰ ਬੇਰਹਿਮੀ ਦੇ ਨਾਲ ਇੱਕ ਦਿਨ ਜੇਲ੍ਹ ਵਿੱਚ ਉਸ ਦਾ ਪਤੀ ਅਰਮਾਨ ਉਸ ਨੂੰ ਮਿਲਣ ਆਇਆ ਸੀ ਤੇ ਜੇਲ੍ਹ ਵਾਲਿਆਂ ਨੇ ਮੇਰੀ ਡਿਊਟੀ ਉੱਥੇ ਲਗਾਈ, ਕਿਉਂਕਿ ਹੋ ਸਕਦਾ ਸੀ ਉਹ ਆਪਣੀ ਪਤਨੀ ਕੋਲੋਂ ਬਦਲਾ ਲੈਣ ਆਇਆ ਹੋਵੇ। ਮੈਨੂੰ ਉਹਨਾਂ ਦੇ ਕੋਲ ਹੀ ਖੜੇ ਰਹਿਣਾ ਸੀ। ਮੈਂ ਦੇਖ ਕੇ ਬਹੁਤ ਹੈਰਾਨ ਹੋਈ ਕਿ ਸ਼ਬਨਮ ਦਾ ਪਤੀ ਬਹੁਤ ਹੀ ਨੌਜਵਾਨ, ਸੁੰਦਰ ਤੇ ਪੜ੍ਹਿਆ ਲਿਖਿਆ, ਸੁਲਝਿਆ ਹੋਇਆ ਲੱਗ ਰਿਹਾ ਸੀ। ਉਸਨੇ ਆ ਕੇ ਸ਼ਬਨਮ ਨੂੰ ਕਿਹਾ ਕਿ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ, ਤੂੰ ਮੇਰੇ ਬੱਚੇ ਦੀ ਜਾਨ ਲਈ ਹੈ, ਤੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਅਗਰ ਤੂੰ ਚਾਹੁੰਦੀ ਤਾਂ ਮੇਰੇ ਕੋਲੋਂ ਤਲਾਕ ਲੈ ਲੈਂਦੀ ਤੇ ਆਪਣੇ ਆਸ਼ਿਕ ਦੇ ਨਾਲ ਜਾ ਸਕਦੀ ਸੀ। ਬੱਚੇ ਦਾ ਵਿੱਚ ਕੀ ਕਸੂਰ ਸੀ? ਤੂੰ ਬੱਚੇ ਨਾਲ ਇਸ ਤਰ੍ਹਾਂ ਕਿਉਂ ਕੀਤਾ? ਇਹ ਕਹਿ ਕੇ ਪਤੀ ਫੁੱਟ-ਫੁੱਟ ਕੇ ਰੋ ਰਿਹਾ ਸੀ ਤੇ ਕਹਿ ਰਿਹਾ ਸੀ, ਮੇਰੀਆਂ ਅੱਖਾਂ ਅੱਗੋਂ ਮੇਰੇ ਬੇਟੇ ਦੀ ਸ਼ਕਲ ਨਹੀਂ ਜਾਂਦੀ। ਉਸ ਦੀਆਂ ਕਿਲਕਾਰੀਆਂ ਮੇਰੇ ਕੰਨਾਂ ਵਿੱਚ ਗੂੰਜਦੀਆਂ ਹਨ। ਤੂੰ ਉਸ ਦਾ ਹੀ ਨਹੀਂ, ਮੇਰਾ ਵੀ ਘਰ ਬਰਬਾਦ ਕਰ ਦਿੱਤਾ। ਮੇਰਾ ਬੱਚਾ ਤੇ ਮੇਰੀ ਪਤਨੀ ਦੋਵੇਂ ਹੀ ਮੇਰੇ ਕੋਲੋਂ ਖੋਏ ਗਏ। ਤੂੰ ਐਸਾ ਕਿਉਂ ਕੀਤਾ ਸ਼ਬਨਮ? ਪਰ ਸ਼ਬਨਮ ਸਭ ਕੁਝ ਚੁੱਪਚਾਪ ਸਹਿੰਦੀ ਰਹੀ, ਚੁੱਪ ਕਰਕੇ ਸੁਣਦੀ ਰਹੀ। ਮੈਂ ਹੈਰਾਨ ਸੀ ਕਿ ਸ਼ਬਨਮ ਕੁਝ ਨਹੀਂ ਬੋਲੀ। 1 ਘੰਟਾ ਇਹਨਾਂ ਦੀ ਮੁਲਾਕਾਤ ਚੱਲਦੀ ਰਹੀ। 1 ਘੰਟੇ ਤੋਂ ਬਾਅਦ ਸ਼ਬਨਮ ਦਾ ਪਤੀ ਉੱਥੋਂ ਉੱਠ ਕੇ ਚਲਾ ਗਿਆ। ਹੁਣ ਮੈਨੂੰ ਸਾਰੀ ਕਹਾਣੀ ਦਾ ਪਤਾ ਚੱਲ ਚੁੱਕਾ ਸੀ ਕਿ ਇਹ ਸਭ ਇਸ਼ਕ ਦੇ ਕਾਰਨ ਹੋਇਆ। ਇਸ਼ਕ ਦੀ ਪੱਟੀ ਅੱਖਾਂ ਤੇ ਬੰਨੀ ਹੋਣ ਕਰਕੇ ਉਸ ਨੂੰ ਇਹ ਵੀ ਨਾ ਪਤਾ ਚੱਲਿਆ ਕਿ ਉਹ ਆਪਣੇ ਬੇਟੇ ਨੂੰ ਹੀ ਮਾਰਨ ਜਾ ਰਹੀ ਹੈ। ਮੈਨੂੰ ਹੁਣ ਸ਼ੁਭਨਮ ਨਾਲ ਹੋਰ ਵੀ ਜ਼ਿਆਦਾ ਨਫ਼ਰਤ ਹੋਣ ਲੱਗ ਪਈ ਸੀ। ਜੇਲ੍ਹ ਵਿੱਚ ਜੋ ਦੂਸਰੀਆਂ ਔਰਤਾਂ ਉਸ ਨਾਲੇ ਵਿਵਹਾਰ ਕਰਦੀਆਂ ਸਨ, ਮੈਨੂੰ ਹੁਣ ਉਸ ਤੇ ਗੁੱਸਾ ਨਹੀਂ ਸੀ ਆਉਂਦਾ। ਮੈਨੂੰ ਲੱਗਦਾ ਸੀ ਕਿ ਉਹ ਅਜਿਹਾ ਹੀ ਵਰਤਾਓ ਦੀ ਹੱਕਦਾਰ ਹੈ। ਹੁਣ ਜਦੋਂ ਔਰਤਾਂ ਉਸ ਨਾਲ ਬਦਤਮੀਜ਼ੀ ਕਰਦੀਆਂ ਤਾਂ ਮੈਂ ਉਹਨਾਂ ਨੂੰ ਰੋਕਦੀ ਨਹੀਂ ਸੀ, ਸਗੋਂ ਹੋਣ ਦਿੰਦੀ ਸੀ। ਸ਼ਬਨਮ ਇਹ ਸਭ ਸਹਿ ਕੇ ਥੱਕ ਚੁੱਕੀ ਸੀ, ਪਰ ਅਜੇ ਤੱਕ ਉਹ ਕਿਸੇ ਨੂੰ ਕੁਝ ਨਾ ਬੋਲੀ। ਖੈਰ, ਕਾਫੀ ਦਿਨ ਬੀਤ ਗਏ। ਹੁਣ ਕੋਈ ਔਰਤ ਉਸ ਨੂੰ ਮਿਲਣ ਆਈ। ਮੈਂ ਸੋਚਾਂ ਵਿੱਚ ਪੈ ਗਈ, ਹੁਣ ਕਿਹੜੀ ਔਰਤ ਉਸ ਨੂੰ ਮਿਲਣ ਆਈ ਹੈ। ਜਦੋਂ ਮੈਨੂੰ ਪਤਾ ਚੱਲਿਆ ਕਿ ਇਹ ਔਰਤ ਉਸ ਦੀ ਮਾਂ ਹੈ ਤਾਂ ਮੈਂ ਬਹੁਤ ਹੈਰਾਨ ਹੋਈ ਕਿ ਇੰਨਾ ਚਿਰ ਪਹਿਲਾਂ ਉਸ ਦੀ ਮਾਂ ਕਿੱਥੇ ਸੀ, ਉਸ ਨੂੰ ਮਿਲਣ ਕਿਉਂ ਨਹੀਂ ਸੀ ਆਈ। ਮੈਂ ਸ਼ਬਨਮ ਦੀ ਉਸ ਦੀ ਮਾਂ ਦੇ ਨਾਲ ਮੁਲਾਕਾਤ ਕਰਵਾ ਦਿੱਤੀ। ਸ਼ਬਨਮ ਦੀ ਮਾਂ ਜਦੋਂ ਮੁਲਾਕਾਤ ਕਰਨ ਤੋਂ ਬਾਅਦ ਵਾਪਸ ਜਾਣ ਲੱਗੀ ਤਾਂ ਮੈਨੂੰ ਕਹਿੰਦੀ ਕਿ ਮੇਰੀ ਬੇਟੀ ਬਹੁਤ ਹੀ ਮਾਸੂਮ ਹੈ, ਇਸ ਦਾ ਧਿਆਨ ਰੱਖਣਾ। ਮੈਂ ਤੇਰੇ ਲਈ ਪ੍ਰਾਰਥਨਾ ਕਰੂੰਗੀ, ਕਿਉਂਕਿ ਮੇਰੀ ਬੇਟੀ ਉੱਪਰ ਬਹੁਤ ਜ਼ੁਲਮ ਹੋਇਆ ਹੈ। ਮੈਂ ਉਸ ਔਰਤ ਨੂੰ ਕਿਹਾ ਕਿ ਜੇ ਤੇਰੀ ਬੇਟੀ ਇੰਨੀ ਹੀ ਮਾਸੂਮ ਹੁੰਦੀ ਤਾਂ ਉਹ ਆਪਣੇ ਬੇਟੇ ਨੂੰ ਕਿਉਂ ਮਾਰਦੀ। ਇਹ ਗੱਲ ਸੁਣ ਕੇ ਉਸ ਦੀ ਮੰਮੀ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਉਸਨੇ ਮੈਨੂੰ ਕਿਹਾ ਕਿ ਮੇਰੀ ਬੇਟੀ ਬਿਲਕੁਲ ਪਾਕ ਸਾਫ਼ ਹੈ, ਉਸਨੇ ਕੋਈ ਜੁਰਮ ਨਹੀਂ ਕੀਤਾ। ਉਸਦੇ ਪਤੀ ਨੇ ਹੀ ਉਸ ਉੱਪਰ ਗਲਤ ਇਲਜ਼ਾਮ ਲਗਾਏ ਹਨ। ਉਸ ਨੂੰ ਬੇਟੇ ਦੇ ਕਤਲ ਵਿੱਚ ਫਸਾ ਕੇ ਜੇਲ੍ਹ ਭੇਜਿਆ ਹੈ। ਪਰ ਮੈਨੂੰ ਉਸ ਦੀ ਮੰਮੀ ਦੀਆਂ ਗੱਲਾਂ ਤੇ ਕੋਈ ਵੀ ਯਕੀਨ ਨਹੀਂ ਸੀ ਆ ਰਿਹਾ। ਉਸ ਦੀ ਮੰਮੀ ਨੇ ਮੈਨੂੰ ਕਿਹਾ, ਤੂੰ ਭਗਵਾਨ ਨਹੀਂ ਹੈ, ਤੂੰ ਆਪਣੇ ਕੰਮ ਨਾਲ ਮਤਲਬ ਰੱਖ। ਜੋ ਤੈਨੂੰ ਨੌਕਰੀ ਮਿਲੀ ਹੈ ਉਸ ਦੇ ਅਕੋਰਡਿੰਗ ਹੀ ਕੰਮ ਕਰ।
ਉਸ ਦੀ ਗੱਲ ਤਾਂ ਸੱਚ ਹੀ ਸੀ। ਮੈਨੂੰ ਆਪਣੀ ਨੌਕਰੀ 'ਤੇ ਧਿਆਨ ਦੇਣਾ ਚਾਹੀਦਾ ਸੀ। ਕਿਸੇ ਦੀ ਜਾਤੀ ਮਾਮਲੇ ਵਿੱਚ ਮੈਨੂੰ ਦਖਲ ਨਹੀਂ ਦੇਣਾ ਚਾਹੀਦਾ ਸੀ। ਜੇ ਵਾਕਈ ਹੀ ਉਸ ਦੀ ਮਾਂ ਸੱਚ ਕਹਿ ਰਹੀ ਸੀ ਤਾਂ ਮੈਂ ਫਿਰ ਕੀ ਕਰਾਂਗੀ? ਕੀ ਪਤਾ ਉਹ ਸੱਚਮੁੱਚ ਹੀ ਬੇਕਸੂਰ ਹੋਵੇ। ਹੁਣ ਜਦੋਂ ਵੀ ਕੋਈ ਕੈਦੀ ਉਸ ਉੱਤੇ ਹੱਥ ਉਠਾਉਂਦਾ ਤਾਂ ਮੈਂ ਉਸ ਨੂੰ ਰੋਕ ਦਿੰਦੀ। ਹੁਣ ਕੋਈ ਵੀ ਸ਼ਬਨਮ ਨੂੰ ਤੰਗ ਨਹੀਂ ਸੀ ਕਰਦਾ। ਮੈਂ ਦੇਖਦੀ ਸੀ ਕਿ ਸ਼ਬਨਮ ਹਮੇਸ਼ਾ ਉਦਾਸ ਜੀ ਬੈਠੀ ਰਹਿੰਦੀ ਸੀ। ਸ਼ਾਇਦ ਆਪਣੇ ਬੱਚੇ ਨੂੰ ਮਾਰਨ ਦਾ ਦੁੱਖ ਉਸ ਨੂੰ ਵੀ ਹੋ ਰਿਹਾ ਹੋਵੇਗਾ। ਫਿਰ ਕੁਝ ਦਿਨ ਬੀਤੇ ਤਾਂ ਇੱਕ ਲੜਕਾ ਉਸ ਨੂੰ ਮਿਲਣ ਆਇਆ। ਉਸਨੇ ਆਪਣਾ ਨਾਮ ਅਤੁਲ ਦੱਸਿਆ। ਇਹ ਸੁਣ ਕੇ ਮੇਰੇ ਕੰਨ ਖੜੇ ਹੋ ਗਏ। ਮੈਨੂੰ ਲੱਗਦਾ ਸੀ ਕਿ ਇਹ ਉਸ ਦਾ ਹੀ ਆਸ਼ਿਕ ਹੋਵੇਗਾ, ਜਿਸ ਕਰਕੇ ਉਸਨੇ ਇਹ ਸਭ ਕੁਝ ਕੀਤਾ। ਮੈਂ ਉਹਨਾਂ ਦੀ ਮੁਲਾਕਾਤ ਕਰਵਾ ਦਿੱਤੀ, ਪਰ ਮੈਂ ਉਹਨਾਂ ਦੇ ਲਾਗੇ ਹੀ ਖੜੀ ਰਹੀ ਕਿਉਂਕਿ ਮੈਨੂੰ ਸ਼ੱਕ ਸੀ ਕਿ ਇਹ ਕੀ ਗੱਲ ਕਰਨਗੇ। ਮੈਂ ਲਾਗੇ ਸੁਣਦੀ ਰਹੀ। ਉਹ ਕੀ ਗੱਲ ਕਰਦੇ ਹਨ? ਅਤੁਲ ਉਸ ਨੂੰ ਬਾਰ-ਬਾਰ ਕਹਿ ਰਿਹਾ ਸੀ, ਤੂੰ ਮੈਨੂੰ ਪਾਉਣ ਦੇ ਲਈ ਆਪਣੇ ਹੀ ਬੱਚੇ ਨੂੰ ਕਿਉਂ ਮਾਰਿਆ? ਤੈਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਤੂੰ ਆਪਣੇ ਪਤੀ ਕੋਲੋਂ ਤਲਾਕ ਲੈ ਲੈਂਦੀ। ਹੁਣ ਤਾਂ ਮੈਂ ਵੀ ਤੇਰੇ ਨਾਲ ਵਿਆਹ ਨਹੀਂ ਕਰਵਾਉਂਗਾ, ਤੂੰ ਕਿਉਂਕਿ ਇੱਕ ਬੱਚੇ ਦੀ ਕਾਤਿਲ ਹੈ। ਇਹ ਕਹਿ ਕੇ ਅਤੁਲ ਉੱਥੋਂ ਚਲਾ ਗਿਆ। ਬਿਟਰ ਕੰਧ ਵੱਲ ਤੱਕਦੀ ਰਹੀ। ਜਦੋਂ ਉਹ ਚਲਾ ਗਿਆ ਤਾਂ ਮੈਂ ਉਸ ਦੇ ਕੋਲ ਗਈ। ਮੈਂ ਇਸ ਨੂੰ ਕਿਹਾ ਕਿ ਦੁਨੀਆ ਦੇ ਰਿਸ਼ਤੇ ਦੇਖ ਲਏ, ਇਦਾਂ ਦੇ ਹੀ ਹੁੰਦੇ ਨੇ, ਕੋਈ ਕਿਸੇ ਦਾ ਸਾਥ ਨਹੀਂ ਦਿੰਦਾ। ਤਾਂ ਵੀ ਉਹ ਬੜੀ ਹੀ ਚੁੱਪਚਾਪ ਇੱਧਰ ਉੱਧਰ ਦੇਖਦੀ ਰਹੀ, ਕੋਈ ਵੀ ਸ਼ਬਦ ਨਾ ਬੋਲੀ। ਮੇਰਾ ਦਿਲ ਕਰਦਾ ਸੀ ਕਿ ਮੈਂ ਸ਼ਬਨਮ ਨੂੰ ਪੁੱਛਾਂ, ਤੂੰ ਆਪਣੇ ਹੀ ਬੇਟੇ ਦਾ ਨੁਕਸਾਨ ਆਸ਼ਿਕ ਕਰਕੇ ਕਿਉਂ ਕੀਤਾ? ਬੱਚੇ ਨਾਲੋਂ ਕੀ ਉਹ ਜ਼ਿਆਦਾ ਸੀ? ਕਿਉਂਕਿ ਮੇਰਾ ਵੀ ਇੱਕ ਬੇਟਾ ਸੀ। ਮੈਨੂੰ ਪਤਾ ਸੀ ਕਿ ਬੱਚੇ ਦਾ ਦੁੱਖ ਕੀ ਹੁੰਦਾ ਹੈ। ਮੈਂ ਜਾਣਨਾ ਚਾਹੁੰਦੀ ਸੀ ਕਿ ਉਹਦੇ ਵਿੱਚ ਆਪਣੇ ਬੱਚੇ ਨੂੰ ਮਾਰਨ ਦਾ ਹੌਸਲਾ ਕਿੱਥੋਂ ਆਇਆ ਸੀ। ਇਹ ਸਭ ਜਾਣਨ ਲਈ ਇਹ ਜ਼ਰੂਰੀ ਸੀ ਕਿ ਮੈਂ ਉਸ ਨਾਲ ਦੋਸਤੀ ਕਰ ਲੈਂਦੀ। ਇਸ ਕਰਕੇ ਹੁਣ ਮੈਂ ਕਦੇ ਵੀ ਉਸ ਨਾਲ ਗੁੱਸੇ ਨਾਲ ਗੱਲ ਨਹੀਂ ਸੀ ਕਰਦੀ। ਉਸ ਨੂੰ ਖਾਣਾ ਵੀ ਖਾਣ ਲਈ ਕਹਿੰਦੀ, ਕਿਉਂਕਿ ਉਹ ਖਾਣਾ ਬਹੁਤ ਹੀ ਘੱਟ ਖਾਂਦੀ ਸੀ ਤੇ ਬਿਲਕੁਲ ਸੁੱਕ ਗਈ ਸੀ। ਮੈਂ ਉਸ ਨੂੰ ਕਹਿੰਦੀ ਕਿ ਜੇ ਤੂੰ ਬੇਕਸੂਰ ਹੈ ਤੇ ਜੇ ਦੁਨੀਆ ਨੂੰ ਤੂੰ ਨਾ ਦੱਸਿਆ, ਤੂੰ ਹਮੇਸ਼ਾ ਹੀ ਇਹਨਾਂ ਸਲਾਖਾਂ ਦੇ ਪਿੱਛੇ ਰਹੇਂਗੀ। ਤੇਰੇ ਮਨ ਵਿੱਚ ਜੋ ਕੁਝ ਹੈ ਤੈਨੂੰ ਦੱਸਣਾ ਚਾਹੀਦਾ ਹੈ। ਇਹ ਸੁਣ ਕੇ ਇੱਕ ਦਿਨ ਉਹ ਫਟ ਹੀ ਗਈ ਤੇ ਕਹਿਣ ਲੱਗੀ, ਮੈਂ ਇਸ ਦੁਨੀਆ ਵਿੱਚ ਜਿੰਦਾ ਹੀ ਨਹੀਂ ਰਹਿਣਾ ਚਾਹੁੰਦੀ, ਮੈਂ ਮਰ ਜਾਣਾ ਚਾਹੁੰਦੀ ਹਾਂ। ਇਹੋ ਜਿਹੀ ਮਾੜੀ ਜ਼ਿੰਦਗੀ ਨਾਲੋਂ ਮੈਨੂੰ ਮਰਨਾ ਹੀ ਕਬੂਲ ਹੈ। ਹੁਣ ਮੈਨੂੰ ਪਤਾ ਲੱਗਾ ਕਿ ਇਸ ਦੇ ਚੁੱਪ ਰਹਿਣ ਦੇ ਪਿੱਛੇ ਡਿਪਰੈਸ਼ਨ ਸੀ। ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਸੀ, ਜਿਸ ਕਰਕੇ ਉਹ ਕਿਸੇ ਨਾਲ ਗੱਲ ਨਹੀਂ ਕਰਦੀ ਸੀ। ਅਸਲ ਗੱਲ ਵਿੱਚ ਇਹੋ ਹੀ ਸੀ, ਜਦੋਂ ਇਨਸਾਨ ਆਪਣੇ ਪਿਆਰ ਵਿੱਚ ਫਸ ਕੇ ਆਪਣੇ ਹੀ ਬੱਚੇ ਨੂੰ ਨੁਕਸਾਨ ਪਹੁੰਚਾ ਦਿੰਦਾ ਹੈ ਤਾਂ ਇਹ ਸੋਚ ਕੇ ਉਸ ਨੂੰ ਡਿਪਰੈਸ਼ਨ ਆ ਹੀ ਜਾਂਦਾ ਹੈ। ਭਾਵੇਂ ਉਸਨੇ ਆਪਣੇ ਬੱਚੇ ਦਾ ਨੁਕਸਾਨ ਕੀਤਾ ਸੀ, ਪਰ ਉਹ ਹੁਣ ਬੱਚੇ ਨੂੰ ਬਹੁਤ ਯਾਦ ਕਰਦੀ ਸੀ। ਸ਼ਾਇਦ ਉਸ ਨੂੰ ਆਪਣੇ ਕੀਤੇ ਤੇ ਬਹੁਤ ਹੀ ਜ਼ਿਆਦਾ ਪਛਤਾਵਾ ਹੋ ਰਿਹਾ ਸੀ। ਸ਼ਬਨਮ ਦੀ ਮਾਂ ਨੇ ਕਿਹਾ ਕਿ ਤੇਰਾ ਮੈਂ ਕੇਸ ਕੋਰਟ ਵਿੱਚ ਲੈ ਕੇ ਜਾਊਂਗੀ, ਪਰ ਸ਼ਬਨਮ ਨੇ ਮਨਾ ਕਰ ਦਿੱਤਾ। ਪਰ ਸ਼ਬਨਮ ਦੇ ਮਨਾ ਕਰਨ ਤੇ ਵੀ ਉਸ ਦੀ ਮਾਂ ਨੇ ਉਸ ਦੀ ਫਾਈਲ ਕੋਰਟ ਵਿੱਚ ਲਗਾ ਹੀ ਦਿੱਤੀ। ਹੁਣ ਉਸ ਦੀ ਸੁਣਵਾਈ ਦਾ ਟਾਈਮ ਸੀ। ਹੁਣ ਜਿਸ ਦਿਨ ਸੁਣਵਾਈ ਹੋਣੀ ਸੀ ਉਸ ਦਿਨ ਮੈਂ ਉਸ ਨਾਲ ਨਹੀਂ ਗਈ, ਉਸ ਦੇ ਨਾਲ ਕੋਈ ਹੋਰ ਕਾਂਸਟੇਬਲ ਚਲੀ ਗਈ ਸੀ। ਜਦੋਂ ਸ਼ਬਨਮ ਵਾਪਸ ਆਈ ਤਾਂ ਮੈਂ ਉਸ ਨੂੰ ਪੁੱਛਿਆ ਕਿ ਕੀ ਫੈਸਲਾ ਹੋਇਆ ਹੈ। ਉਸਨੇ ਦੱਸਿਆ ਕਿ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ, ਪਰ ਉਸ ਦੇ ਮਨ ਵਿੱਚ ਕੋਈ ਵੀ ਗਿਲਾ ਨਹੀਂ। ਉਹ ਖੁਸ਼ ਸੀ। ਉਹ ਕਹਿੰਦੀ ਸੀ ਕਿ ਮੈਨੂੰ ਇਹੋ ਹੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਮੈਂ ਆਪਣੇ ਬੇਟੇ ਨੂੰ ਮਿਲ ਸਕਾਂ। ਮੈਂ ਆਪਣੇ ਬੇਟੇ ਨੂੰ ਗੋਦ ਵਿੱਚ ਚੁੱਕਣਾ ਚਾਹੁੰਦੀ ਹਾਂ। ਉਸਨੇ ਮੈਨੂੰ ਇਹ ਵੀ ਦੱਸਿਆ ਕਿ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ, ਤਾਂ ਕਰਕੇ ਹੀ ਉਸ ਨੂੰ ਫਾਂਸੀ ਦੀ ਸਜ਼ਾ ਹੋਈ ਹੈ। ਮੈਂ ਉਸ ਨੂੰ ਕਿਹਾ, ਤੂੰ ਆਪਣੇ ਬੱਚੇ ਨੂੰ ਕਿਉਂ ਇਸ ਤਰ੍ਹਾਂ ਕੀਤਾ? ਤਾਂ ਹੁਣ ਸ਼ਬਨਮ ਖੁੱਲ੍ਹ ਕੇ ਮੇਰੇ ਨਾਲ ਗੱਲਬਾਤ ਕਰਨ ਲੱਗ ਪਈ ਸੀ। ਮੈਨੂੰ ਆਪਣੇ ਦੁੱਖ ਵੀ ਦੱਸਣ ਲੱਗ ਪਈ ਸੀ। ਇੱਕ ਦਿਨ ਮੈਨੂੰ ਦੱਸਣ ਲੱਗ ਪਈ ਕਿ ਮੇਰਾ ਪੁੱਤ ਪੁਨੀਤ ਵੱਡਾ ਹੋ ਗਿਆ ਸੀ। ਉਹ ਮੈਨੂੰ ਪਹਿਚਾਨਣ ਲੱਗ ਗਿਆ ਸੀ। ਜਦੋਂ ਮੈਂ ਕੰਮ ਕਰ ਰਹੀ ਹੁੰਦੀ ਸੀ ਤਾਂ ਉਹ ਮੇਰੇ ਵੱਲ ਦੇਖ ਕੇ ਇਸ਼ਾਰਾ ਕਰਦਾ ਕਿ ਮੈਨੂੰ ਗੋਦੀ ਵਿੱਚ ਉਠਾ ਲੈ, ਪਰ ਮੇਰੀ ਮਜਬੂਰੀ ਸੀ, ਮੈਂ ਉਸ ਨੂੰ ਉਠਾ ਨਹੀਂ ਸੀ ਸਕਦੀ। ਮੈਂ ਇਹ ਗੱਲ ਸੁਣ ਕੇ ਚੌਂਕ ਹੀ ਗਈ ਕਿ ਤੇਰੀ ਕੀ ਮਜਬੂਰੀ ਸੀ? ਤੂੰ ਆਪਣੇ ਹੀ ਬੱਚੇ ਨੂੰ ਚੁੱਕ ਨਹੀਂ ਸਕਦੀ ਸੀ। ਉਸੇ ਸਮੇਂ ਮੈਂ ਉਸਦੇ ਚਿਹਰੇ ਤੇ ਪੂਰਾ ਦਰਦ ਦੇਖ ਰਹੀ ਸੀ, ਪਰ ਉਸਨੇ ਆਪਣੇ ਆਂਸੂ ਸਾਫ਼ ਕੀਤੇ ਤੇ ਲੇਟ ਗਈ। ਉਸਨੇ ਕਿਹਾ, ਮੈਨੂੰ ਬਹੁਤ ਨੀਂਦ ਆ ਰਹੀ ਹੈ। ਮੈਂ ਸੋਚਦੀ ਸੀ ਕਿ ਬੱਚੇ ਨੂੰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਸ਼ਾਇਦ ਇਸ ਦੇ ਮਨ ਵਿੱਚ ਬੱਚਿਆਂ ਲਈ ਨਫ਼ਰਤ ਹੋਵੇ, ਤਾਂ ਉਹ ਉਸ ਨੂੰ ਨਹੀਂ ਸੀ ਉਠਾਉਂਦੀ ਤੇ ਨਾ ਹੀ ਦੁੱਧ ਪਿਆਉਂਦੀ ਹੋਵੇ। ਇਹ ਗੱਲ ਸੋਚ ਕੇ ਮੈਨੂੰ ਉਸ ਦੇ ਨਾਲ ਹੋਰ ਵੀ ਨਫ਼ਰਤ ਹੋਣ ਲੱਗ ਪਈ।
ਪਰ ਮੈਂ ਇਹ ਨਫ਼ਰਤ ਦਾ ਇਜ਼ਹਾਰ ਨਹੀਂ ਕੀਤਾ। ਮੈਂ ਸਗੋਂ ਉਸ ਦੇ ਨਾਲ ਗੱਲਾਂ ਕਰਦੀ ਰਹੀ ਤਾਂ ਜੋ ਉਹ ਮੈਨੂੰ ਆਪਣੇ ਸਾਰੇ ਭੇਤ ਦੱਸ ਸਕੇ। ਨਾਲ ਹੀ ਇਹ ਮੇਰੀ ਡਿਊਟੀ ਸੀ ਕਿ ਮੈਂ ਕਿਸੇ ਨਾਲ ਜਾਤੀ ਤੌਰ 'ਤੇ ਕੋਈ ਵੀ ਵਿਵਹਾਰ ਨਾ ਕਰਾਂ। ਜਦੋਂ ਦੀ ਕਾਨੂੰਨ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਉਹ ਬਹੁਤ ਖੁਸ਼ ਸੀ। ਜਦੋਂ ਮੈਂ ਉਸ ਨੂੰ ਇਸ ਖੁਸ਼ੀ ਦੀ ਵਜ੍ਹਾ ਪੁੱਛਦੀ ਤਾਂ ਉਹ ਕਹਿੰਦੀ, ਮੈਂ ਹੁਣ ਆਪਣੇ ਬੇਟੇ ਦੇ ਕੋਲ ਚਲੀ ਜਾਊਂਗੀ। ਮੈਂ ਹੁਣ ਉਸ ਨੂੰ ਉਠਾਊਂਗੀ, ਉਸ ਨਾਲ ਖੇਡੂੰਗੀ। ਮੈਂ ਉਸ ਨੂੰ ਕਿਹਾ ਕਿ ਤੇਰੀ ਮੁਹੱਬਤ ਨੇ ਤੈਨੂੰ ਅਜਿਹਾ ਅੰਧਾ ਕਰ ਦਿੱਤਾ ਸੀ ਕਿ ਤੂੰ ਆਪਣੇ ਬੱਚੇ ਦਾ ਖਿਆਲ ਵੀ ਨਹੀਂ ਰੱਖ ਪਾਈ, ਤੇ ਹੁਣ ਮਰ ਕੇ ਤੂੰ ਉਹਨਾਂ ਖਿਆਲ ਰੱਖੇਂਗੀ ਕਿ ਪਰਮਾਤਮਾ ਤੈਨੂੰ ਇਸ ਦੀ ਇਜਾਜ਼ਤ ਦੇਵੇਗਾ। ਉਸਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਮੇਰੇ ਨਾਲ ਕੀ ਹੋਵੇਗਾ, ਪਰ ਮੇਰੀ ਇਹੋ ਪ੍ਰਾਰਥਨਾ ਹੈ ਕਿ ਅਗਲੇ ਜਨਮ ਵਿੱਚ ਮੇਰਾ ਬੇਟਾ ਮੈਨੂੰ ਮਿਲ ਜਾਵੇ। ਖੈਰ, ਹਾਈ ਕੋਰਟ ਨੇ ਸ਼ਬਨਮ ਨੂੰ ਫਾਂਸੀ ਦੀ ਸਜ਼ਾ ਸੁਣਾ ਹੀ ਦਿੱਤੀ ਸੀ, ਪਰ ਉਸਦੀ ਮਾਂ ਨੇ ਉਸ ਦਾ ਕੇਸ ਸੁਪਰੀਮ ਕੋਰਟ ਵਿੱਚ ਲਗਾ ਦਿੱਤਾ ਸੀ। ਇਹ ਗੱਲ ਸੁਣ ਕੇ ਸ਼ਬਨਮ ਬਹੁਤ ਜ਼ਿਆਦਾ ਉਦਾਸ ਰਹਿਣ ਲੱਗ ਪਈ। ਜਦੋਂ ਉਸਦੀ ਮੰਮੀ ਉਸ ਨੂੰ ਮਿਲਣ ਆਉਂਦੀ ਤਾਂ ਉਹ ਆਪਣੀ ਮੰਮੀ ਨਾਲ ਲੜਦੀ ਝਗੜਦੀ ਤੇ ਕਹਿੰਦੀ, ਮੈਨੂੰ ਸਜ਼ਾ ਹੋ ਲੈਣ ਦਿਓ, ਮੈਂ ਜੀਣਾ ਨਹੀਂ ਚਾਹੁੰਦੀ। ਇਹ ਗੱਲ ਤੇ ਉਸਦੀ ਮਾਂ ਨੇ ਕਿਹਾ ਕਿ ਤੈਨੂੰ ਮੇਰੇ ਸਿਰ ਦੀ ਕਸਮ ਹੈ, ਤੂੰ ਇਸ ਵਾਰ ਅਦਾਲਤ ਵਿੱਚ ਝੂਠ ਨਹੀਂ ਬੋਲੇਂਗੀ। ਜੋ ਵੀ ਤੇਰੇ ਨਾਲ ਹੋਇਆ ਹੈ ਉਹ ਸੱਚ ਸਭ ਤੂੰ ਅਦਾਲਤ ਵਿੱਚ ਦੱਸ ਦੇਵੇਂਗੀ। ਖੈਰ, ਇਸ ਵਾਰ ਸੁਪਰੀਮ ਕੋਰਟ ਵੱਲੋਂ ਸੁਣਵਾਈ ਦੀ ਤਰੀਕ ਆ ਗਈ ਸੀ। ਇਸ ਵਾਰ ਸੁਣਵਾਈ ਤੇ ਸ਼ਬਨਮ ਦੇ ਨਾਲ ਮੈਂ ਗਈ ਸੀ। ਕੋਰਟ ਦੇ ਜੱਜ ਨੇ ਸ਼ਬਨਮ ਨੂੰ ਉਸਦੇ ਪੂਰੇ ਨਾਂ ਨਾਲ ਪੁਕਾਰਿਆ ਅਤੇ ਸ਼ਬਨਮ ਨੂੰ ਉਸਦੇ ਜੁਰਮ ਬਾਰੇ ਪੁੱਛਿਆ। ਸ਼ਬਨਮ ਹੁਣ ਵੀ ਇਹੋ ਹੀ ਕਹਿ ਰਹੀ ਸੀ ਕਿ ਉਸਨੇ ਇਹ ਜੁਰਮ ਕੀਤਾ ਹੈ, ਉਸ ਨੂੰ ਉਸਦੀ ਸਜ਼ਾ ਮਿਲਣੀ ਚਾਹੀਦੀ ਹੈ। ਪਰ ਜੱਜ ਨੇ ਸ਼ਬਨਮ ਦੇ ਮੈਡੀਕਲ ਕਰਵਾਉਣ ਦੇ ਆਰਡਰ ਦੇ ਦਿੱਤੇ ਤੇ ਨਾਲ ਹੀ ਅਗਲੀ ਤਾਰੀਖ ਦੇ ਦਿੱਤੀ। ਮੈਂ ਸ਼ਬਨਮ ਨੂੰ ਲੈ ਕੇ ਵਾਪਸ ਆ ਗਈ ਤੇ ਉਸਦੇ ਮੈਡੀਕਲ ਕਰਵਾਉਣ ਦਾ ਪ੍ਰਬੰਧ ਕਰਨ ਲੱਗ ਪਈ ਸੀ। ਮੈਂ ਸ਼ਬਨਮ ਨੂੰ ਕਿਹਾ ਕਿ ਜੱਜ ਨੂੰ ਅਜਿਹਾ ਕੀ ਲੱਗਾ ਜਿਸ ਕਰਕੇ ਉਸਨੇ ਤੈਨੂੰ ਮੈਡੀਕਲ ਕਰਵਾਉਣ ਲਈ ਕਿਹਾ, ਤਾਂ ਸ਼ਬਨਮ ਨੇ ਅੱਗੋਂ ਕਿਹਾ ਕਿ ਮੈਨੂੰ ਪਤਾ ਹੈ ਉਹਨਾਂ ਨੇ ਮੈਡੀਕਲ ਕਰਨ ਲਈ ਕਿਉਂ ਕਿਹਾ, ਪਰ ਮੈਂ ਮੈਡੀਕਲ ਨਹੀਂ ਕਰਵਾਉਣਾ ਚਾਹੁੰਦੀ। ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੈਂ ਸਜ਼ਾ ਦੀ ਹੱਕਦਾਰ ਹਾਂ ਕਿਉਂਕਿ ਮੈਂ ਜੀਣਾ ਨਹੀਂ ਚਾਹੁੰਦੀ। ਮੈਂ ਉਸ ਨੂੰ ਕਿਹਾ ਕਿ ਤੂੰ ਆਪਣੀ ਜ਼ਿੰਦਗੀ ਤੋਂ ਇੰਨਾ ਪਰੇਸ਼ਾਨ ਕਿਉਂ ਹੋ ਚੁੱਕੀ ਹੈ, ਇੱਕ ਵਾਰੀ ਤਾਂ ਦੱਸ। ਸ਼ਬਨਮ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਪਰੇਸ਼ਾਨੀਆਂ ਝੱਲੀਆਂ ਹਨ, ਹੁਣ ਹੋਰ ਪਰੇਸ਼ਾਨੀਆਂ ਮੈਂ ਨਹੀਂ ਝੱਲ ਸਕਦੀ। ਮੈਂ ਉਸ ਨੂੰ ਕਿਹਾ ਕਿ ਸਾਡੀ ਜੇਲ੍ਹ ਵਿੱਚ ਅਜਿਹੇ ਕਈ ਕੈਦੀ ਹੁੰਦੇ ਹਨ ਜਿਹੜੇ ਕਿ ਤਰਲੇ ਲੈਂਦੇ ਹਨ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ਼ ਕਰ ਦਿੱਤੀ ਜਾਵੇ, ਪਰ ਤੂੰ ਅਜਿਹਾ ਕਿਉਂ ਚਾਹੁੰਦੀ ਹੈ? ਤਾਂ ਉਸਨੇ ਦੱਸਿਆ ਕਿ ਮੇਰੀ ਉਮਰ ਅਜੇ ਛੋਟੀ ਹੈ, ਮੈਨੂੰ ਉਹ ਸਜ਼ਾ ਮਾਫ਼ ਹੋਣ ਤੋਂ ਬਾਅਦ ਮੇਰੇ ਮਾਂ-ਪਿਓ ਮੈਨੂੰ ਫਿਰ ਤੋਂ ਵਿਆਹ ਦੇਣਗੇ ਤੇ ਮੈਂ ਵਿਆਹ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੈਨੂੰ ਮਰਦ ਜਾਤ ਨਾਲ ਸਖਤ ਨਫ਼ਰਤ ਹੈ। ਮੈਂ ਕਿਹਾ ਕਿ ਐਸਾ ਕਿਉਂ? ਉਸਨੇ ਦੱਸਿਆ ਕਿ ਕੁਝ ਸਾਲ ਪਹਿਲੇ ਮੇਰੀ ਸ਼ਾਦੀ ਹੋਈ ਸੀ। ਉਸਨੇ ਮੈਨੂੰ ਦੱਸਿਆ ਕਿ ਮੇਰਾ ਪਤੀ ਬਹੁਤ ਹੀ ਅੱਛਾ ਇਨਸਾਨ ਸੀ, ਅਸੀਂ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ, ਪਰ ਫਿਰ ਸਾਡੇ ਵਿੱਚ ਇੱਕ ਤੀਸਰਾ ਵਿਅਕਤੀ ਆ ਗਿਆ ਜਿਸ ਕਰਕੇ ਸਾਡੀ ਜ਼ਿੰਦਗੀ ਤਬਾਹ ਹੋ ਗਈ। ਮੈਂ ਸਮਝ ਗਈ ਸੀ ਕਿ ਜਿਸ ਕਰਕੇ ਹੀ ਇਹ ਸਭ ਕਦਮ ਉਠਾਇਆ ਗਿਆ, ਪਰ ਉਸਨੇ ਦੱਸਿਆ ਕਿ ਸਾਡੀ ਜ਼ਿੰਦਗੀ ਬਹੁਤ ਹੀ ਵਧੀਆ ਲੰਘ ਰਹੀ ਸੀ ਤੇ ਮੈਂ ਪ੍ਰੈਗਨੈਂਟ ਹੋ ਗਈ ਸੀ। ਇਹਨੇ ਨੂੰ ਸਾਡੇ ਗਵਾਂਢ ਵਿੱਚ ਕੋਈ ਕਿਰਾਏ ਤੇ ਆ ਗਿਆ। ਸਾਡੇ ਗਵਾਂਢ ਵਿੱਚ ਸੀਮਾ ਆ ਗਈ ਸੀ। ਉਹ ਇੱਕ ਬਹੁਤ ਹੀ ਸੁੰਦਰ ਲੜਕੀ ਸੀ ਜਿਸ ਨੇ ਸਾਡੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ। ਅਸਲ ਵਿੱਚ ਮੇਰਾ ਪਤੀ ਉਸ ਨੂੰ ਦਿਲ ਦੇ ਬੈਠਾ ਸੀ ਤਾਂ ਆਨੇ ਬਹਾਨੇ ਉਸਦੇ ਘਰ ਜਾਂਦਾ ਤੇ ਉਹ ਸਾਡੇ ਘਰ ਆਉਂਦੀ। ਮੈਂ ਉਮੀਦ ਤੋਂ ਸਾਂ, ਇਸ ਕਰਕੇ ਮੇਰੇ ਕੋਲ ਕਈ ਵਾਰ ਕੰਮ ਨਹੀਂ ਸੀ ਹੁੰਦਾ ਤਾਂ ਮੇਰਾ ਪਤੀ ਕਹਿੰਦਾ ਕਿ ਸੀਮਾ ਨੂੰ ਬੁਲਾ ਕੇ ਉਸ ਕੋਲੋਂ ਕੰਮ ਕਰਵਾ ਲਿਆ ਕਰ ਕਿਉਂਕਿ ਉਹ ਬਹੁਤ ਚੰਗੀ ਲੜਕੀ ਹੈ। ਜਦੋਂ ਮੈਨੂੰ ਤਕਲੀਫ ਹੋਣੀ ਮੈਂ ਉਸ ਨੂੰ ਘਰ ਬੁਲਾ ਲੈਣਾ, ਉਸਨੇ ਮੇਰੇ ਨਾਲ ਖਾਣਾ ਵੀ ਬਣਾ ਦੇਣਾ। ਇੱਕ ਦਿਨ ਰਸੋਈ ਵਿੱਚ ਉਹ ਮੇਰੇ ਲਈ ਚਾਹ ਬਣਾ ਰਹੀ ਸੀ ਤੇ ਮੈਂ ਲੇਟੀ ਹੋਈ ਸੀ, ਪਰ ਮੇਰੇ ਮਨ ਵਿੱਚ ਆਇਆ ਕਿ ਉਸਨੇ ਕਹਿਣਾ ਹੈ ਕਿ ਮੈਂ ਇਸ ਦਾ ਕੰਮ ਕਰ ਰਹੀ ਹਾਂ ਤੇ ਇਹ ਲੰਮੇ ਪਈ ਹੋਈ ਹੈ। ਤਾਂ ਮੈਂ ਉੱਠ ਕੇ ਰਸੋਈ ਵਿੱਚ ਗਈ। ਜੋ ਮੈਂ ਰਸੋਈ ਵਿੱਚ ਦੇਖਿਆ ਉਹ ਦੇਖ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ। ਉਹ ਮੇਰੇ ਪਤੀ ਦੇ ਹੱਥਾਂ ਵਿੱਚ ਹੱਥ ਪਾ ਕੇ ਗੱਲਾਂ ਕਰ ਰਹੀ ਸੀ। ਇਹ ਦੇਖ ਕੇ ਤਾਂ ਮੈਂ ਗੁੱਸੇ ਵਿੱਚ ਆ ਗਈ। ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਨੱਕ ਦੇ ਨੀਚੇ ਤੁਸੀਂ ਇਹ ਸਭ ਕਰ ਰਹੇ ਹੋ। ਇਹ ਕਹਿਣ ਤੇ ਉਸ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਸਨੇ ਮੈਨੂੰ ਇੰਨਾ ਮਾਰਿਆ ਕਿ ਮੇਰੀ ਇੱਕ ਬਾਜੂ ਹੀ ਟੁੱਟ ਗਈ। 5 ਦਿਨਾਂ ਬਾਅਦ ਮੇਰੀ ਡਿਲੀਵਰੀ ਹੋ ਗਈ। ਮੈਂ ਇੱਕ ਬੇਟੇ ਨੂੰ ਜਨਮ ਦਿੱਤਾ। ਹਸਪਤਾਲ ਵਾਲਿਆਂ ਨੇ ਪੁੱਛਿਆ ਕਿ ਬਾਜੂ ਤੇ ਕੀ ਹੋਇਆ ਤਾਂ ਮੇਰੇ ਹਸਬੈਂਡ ਨੇ ਝੱਟ ਹੀ ਜਵਾਬ ਦੇ ਦਿੱਤਾ ਕਿ ਪੌੜੀ ਵਿੱਚੋਂ ਡਿੱਗ ਪਈ ਸੀ। ਮੈਂ ਆਪਣੇ ਬੇਟੇ ਨੂੰ ਚੁੱਕਣਾ ਚਾਹੁੰਦੀ ਸੀ ਪਰ ਮੇਰੀ ਬਾਂਹ ਕੰਮ ਨਹੀਂ ਸੀ ਕਰਦੀ
ਕਿਉਂਕਿ ਬਾਜੂ ਨੂੰ ਠੀਕ ਹੁੰਦੇ ਕੁਝ ਸਮਾਂ ਲੱਗਣਾ ਸੀ। ਇਸ ਕਰਕੇ ਕਿਸੇ ਦੀ ਮਦਦ ਦੇ ਨਾਲ ਹੀ ਮੈਂ ਆਪਣੇ ਬੇਟੇ ਨੂੰ ਉਠਾ ਪਾਉਂਦੀ ਸੀ। ਅਰਮਾਨ ਮੇਰਾ ਪਤੀ ਮੈਨੂੰ ਸਵੇਰੇ ਸ਼ਾਮ ਇਹੀ ਕਹਿੰਦਾ ਕਿ ਮੈਨੂੰ ਦੂਜੀ ਸ਼ਾਦੀ ਦੀ ਇਜਾਜ਼ਤ ਦੇ ਦੇ, ਪਰ ਮੈਂ ਅਜਿਹਾ ਕਦੇ ਵੀ ਨਹੀਂ ਕਰਨਾ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਮੇਰੀ ਹਾਲਤ ਕੀ ਹੋ ਜਾਵੇਗੀ। ਇਸ ਕਰਕੇ ਉਹ ਹਮੇਸ਼ਾ ਮੇਰੇ ਨਾਲ ਲੜਦਾ ਝਗੜਦਾ ਰਹਿੰਦਾ ਤੇ ਮੈਨੂੰ ਕਹਿੰਦਾ ਕਿ ਇਸ ਬੱਚੇ ਦੇ ਕਾਰਨ ਮੈਂ ਤੈਨੂੰ ਬਰਦਾਸ਼ਤ ਕਰ ਰਿਹਾ ਹਾਂ। ਜੇ ਇਹ ਬੱਚਾ ਸਾਡੀ ਜ਼ਿੰਦਗੀ ਵਿੱਚ ਨਾ ਆਉਂਦਾ ਤਾਂ ਮੈਂ ਤੈਨੂੰ ਤਲਾਕ ਕਦੋਂ ਦਾ ਦੇ ਦਿੱਤਾ ਹੁੰਦਾ। ਅਰਮਾਨ ਆਨੇ ਬਹਾਨੇ ਮੈਨੂੰ ਮਾਰਦਾ ਰਹਿੰਦਾ ਸੀ। ਕਦੇ ਕਹਿੰਦਾ ਖਾਣੇ ਵਿੱਚ ਨਮਕ ਜ਼ਿਆਦਾ ਏ ਤੇ ਕਦੇ ਕੁਝ। ਹੁਣ ਆ ਕੇ ਅਰਮਾਨ ਬਹੁਤ ਹੀ ਗੁੱਸੇ ਵਿੱਚ ਰਹਿਣ ਲੱਗ ਪਿਆ ਤੇ ਹਮੇਸ਼ਾ ਹੀ ਗੁੱਸੇ ਨਾਲ ਹੀ ਬੋਲਦਾ। ਬਾਰ-ਬਾਰ ਇਹੀ ਕਹਿੰਦਾ ਕਿ ਆਪਣੇ ਬੱਚੇ ਕਰਕੇ ਮੈਂ ਤੈਨੂੰ ਬਰਦਾਸ਼ਤ ਕਰ ਰਿਹਾ ਹਾਂ। ਮੈਨੂੰ ਲੱਗਦਾ ਸੀ ਕਿ ਸ਼ਾਇਦ ਇਹ ਬੇਟਾ ਮੇਰਾ ਉਹ ਮੇਰੇ ਤੋਂ ਖੋਹ ਲਵੇਗਾ ਤੇ ਮੈਨੂੰ ਤਲਾਕ ਦੇ ਦੇਵੇਗਾ। ਇੱਕ ਦਿਨ ਅਰਮਾਨ ਮੇਰੇ ਕੋਲ ਆਇਆ ਤੇ ਕਿਹਾ ਮੈਂ ਅੱਜ ਵਿਆਹ ਕਰਵਾਉਣ ਜਾ ਰਿਹਾ ਹਾਂ। ਇਹ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਉਸਨੂੰ ਕਿਹਾ ਕਿ ਮੈਂ ਤੈਨੂੰ ਕੋਈ ਵੀ ਇਜਾਜ਼ਤ ਨਹੀਂ ਦੇਣੀ ਵਿਆਹ ਕਰਵਾਉਣ ਦੀ। ਤਾਂ ਇਸ ਤੇ ਉਹ ਮੇਰੇ ਨਾਲ ਬਹੁਤ ਗੁੱਸੇ ਵਿੱਚ ਮੈਨੂੰ ਮਾਰਨ ਲੱਗ ਪਿਆ। ਤਾਂ ਮੈਨੂੰ ਮਾਰਦਾ ਉਹ ਮੇਰੇ ਬੱਚੇ ਤੱਕ ਪਹੁੰਚ ਗਿਆ। ਉਸਨੇ ਮੇਰੇ ਬੱਚੇ ਨੂੰ ਬੈੱਡ ਤੋਂ ਚੁੱਕ ਕੇ ਹੇਠਾਂ ਜ਼ਮੀਨ ਤੇ ਬੜੀ ਜ਼ੋਰ ਨਾਲ ਸੁੱਟ ਦਿੱਤਾ, ਜਿਸ ਨਾਲ ਮੇਰੇ ਬੇਟਾ ਨੇ 2 ਸਿਸਕੀਆਂ ਲਈਆਂ ਤੇ ਫਿਰ ਸ਼ਾਂਤ ਹੋ ਗਿਆ। ਮੈਂ ਆਪਣੇ ਬੇਟੇ ਨੂੰ ਚੁੱਕਣ ਲਈ ਅੱਗੇ ਭੱਜੀ ਤਾਂ ਉਸਨੇ ਮੇਰੀ ਬਾਂਹ ਫੜ ਲਈ। ਮੇਰੀਆਂ ਚੀਕਾਂ ਨਿਕਲ ਰਹੀਆਂ ਸਨ ਕਿਉਂਕਿ ਮੇਰੇ ਬੇਟੇ ਵਿੱਚ ਹਿਲਜੁਲ ਖਤਮ ਹੋ ਗਈ ਸੀ ਤੇ ਮੈਂ ਤੜਫ ਰਹੀ ਸੀ। ਇੰਨੇ ਨੂੰ ਅਰਮਾਨ ਨੇ ਉੱਚੀ ਚੀਕਣਾ ਸ਼ੁਰੂ ਕਰ ਦਿੱਤਾ ਤੇ ਆਂਢ ਗੁਆਂਢ ਨੂੰ ਬੁਲਾ ਲਿਆ। ਕਿਹਾ ਦੇਖੋ ਇਸਨੇ ਮੇਰੇ ਬੇਟੇ ਨੂੰ ਮਾਰ ਦਿੱਤਾ, ਇਹ ਕੈਸੀ ਮਾਂ ਹੈ, ਇਹ ਹੁਣ ਮੈਨੂੰ ਵੀ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਸ-ਪਾਸ ਦੇ ਲੋਕ ਸਾਡੇ ਘਰ ਵਿੱਚ ਇਕੱਠੇ ਹੋ ਗਏ। ਪੁਲਿਸ ਬੁਲਾ ਲਈ ਗਈ। ਪੁਲਿਸ ਮੈਨੂੰ ਫੜ ਕੇ ਲੈ ਗਈ ਤੇ ਮੈਨੂੰ ਜੇਲ੍ਹ ਵਿੱਚ ਡੱਕ ਦਿੱਤਾ। ਮੇਰੇ ਪਤੀ ਆਂਢ ਗੁਆਂਢ ਵਿੱਚ ਝੂਠ ਫੈਲਾ ਰਿਹਾ ਸੀ ਕਿ ਮੇਰਾ ਅਤੁਲ ਦੇ ਨਾਲ ਸੰਬੰਧ ਹੈ, ਜਿਸ ਕਰਕੇ ਇਹ ਸਭ ਕੁਝ ਮੈਂ ਕੀਤਾ। ਉਸਨੇ ਅਕੁਲ ਨੂੰ ਵੀ ਜੇਲ੍ਹ ਵਿੱਚ ਭੇਜ ਦਿੱਤਾ ਸੀ ਤਾਂ ਜੋ ਜੁਰਮ ਕਨਫਰਮ ਹੋ ਜਾਏ। ਮੈਨੂੰ ਤਾਂ ਇਹੀ ਪਛਤਾਵਾ ਹੁੰਦਾ ਹੈ ਕਿ ਮੇਰੀਆਂ ਅੱਖਾਂ ਸਾਹਮਣੇ ਮੇਰਾ ਬੱਚਾ ਚਲਾ ਗਿਆ, ਪਰ ਮੈਂ ਆਪਣੇ ਬੱਚੇ ਲਈ ਕੁਝ ਨਾ ਕਰ ਸਕੀ। ਇਸ ਲਈ ਮੈਨੂੰ ਹੁਣ ਕੁਝ ਵੀ ਚੰਗਾ ਨਹੀਂ ਲੱਗਦਾ ਤੇ ਮੈਂ ਚਾਹੁੰਦੀ ਹਾਂ ਮੈਂ ਆਪਣੇ ਬੇਟੇ ਦੇ ਕੋਲ ਪਹੁੰਚ ਜਾਵਾਂ। ਇਹ ਗੱਲ ਸੁਣ ਕੇ ਮੈਂ ਸ਼ਬਨਮ ਨੂੰ ਹੌਸਲਾ ਦਿੱਤਾ, ਪਰ ਮੈਨੂੰ ਉਸ ਦੀਆਂ ਗੱਲਾਂ ਤੇ ਪੂਰੀ ਤਰ੍ਹਾਂ ਯਕੀਨ ਨਹੀਂ ਸੀ ਆ ਰਿਹਾ, ਕਿਉਂਕਿ ਹੋ ਸਕਦਾ ਹੈ ਉਹ ਕੋਈ ਮਨ ਘੜਤ ਕਹਾਣੀ ਸੁਣਾ ਰਹੀ ਹੋਵੇ। ਫਿਰ ਸ਼ਬਨਮ ਦੇ ਕੇਸ ਦੀ ਤਾਰੀਖ ਵੀ ਆ ਗਈ। ਮੈਂ ਸ਼ਬਨਮ ਨੂੰ ਲੈ ਕੇ ਅਦਾਲਤ ਵਿੱਚ ਗਈ। ਅਦਾਲਤ ਵਿੱਚ ਜੱਜ ਨੇ ਰਿਪੋਰਟਾਂ ਦੇਖ ਕੇ ਕਿਹਾ ਕਿ ਤੇਰੇ ਹੱਥ ਕਿਵੇਂ ਟੁੱਟੇ ਹਨ ਤੇ ਸ਼ਬਨਮ ਨੇ ਰੋ ਕੇ ਸਾਰੀ ਕਹਾਣੀ ਜੱਜ ਸਾਹਿਬ ਨੂੰ ਸੁਣਾ ਦਿੱਤੀ, ਕਿਉਂਕਿ ਮੈਡੀਕਲ ਰਿਪੋਰਟ ਵਿੱਚ ਇਹ ਸਾਬਿਤ ਹੋ ਚੁੱਕਾ ਸੀ ਕਿ ਉਸ ਦੇ ਸਰੀਰ ਤੇ ਬਹੁਤ ਹੀ ਜ਼ਿਆਦਾ ਚੋਟਾਂ ਦੇ ਨਿਸ਼ਾਨ ਸਨ। ਪਰ ਸ਼ਬਨਮ ਇਹ ਸਭ ਕੁਝ ਛੁਪਾ ਕੇ ਬੈਠੀ ਸੀ, ਪਰ ਸੱਚ ਸਾਹਮਣੇ ਆ ਹੀ ਗਿਆ। ਹੁਣ ਜੱਜ ਸਾਹਿਬ ਨੇ ਸ਼ਬਨਮ ਨੂੰ ਬਾਇਜ਼ਤ ਬਰੀ ਕਰ ਦਿੱਤਾ ਅਤੇ ਸ਼ਬਨਮ ਦੇ ਹਸਬੈਂਡ ਅਰਮਾਨ ਨੂੰ ਪੁਲਿਸ ਫੜ ਕੇ ਲੈ ਆਈ। ਹੁਣ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਮੈਨੂੰ ਆਪਣੀਆਂ ਸੋਚਾਂ ਤੇ ਵੀ ਸ਼ਰਮਿੰਦਗੀ ਹੋ ਰਹੀ ਸੀ ਜੋ ਮੈਂ ਇੱਕ ਮਾਸੂਮ ਲੜਕੀ ਨੂੰ ਗਲਤ ਸਮਝਦੀ ਰਹੀ। ਸ਼ਬਨਮ ਅੱਜ ਵੀ ਆਪਣੇ ਬੇਟੇ ਨੂੰ ਯਾਦ ਕਰਕੇ ਬਹੁਤ ਰੋਂਦੀ ਹੈ। ਮੈਂ ਉਸ ਲਈ ਦੁਆਵਾਂ ਕਰਦੀ ਹਾਂ। ਸੋ ਦੋਸਤੋ, ਇਹ ਹੈ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਅਗਲੀ ਵੀਡੀਓ ਵਿੱਚ। ਤਦ ਤੱਕ ਧੰਨਵਾਦ।